ਜਿਸ ਵੱਡੇ ਪੱਥਰ ਤੇ ਬੈਠੇ ਸੰਤ ਜੀ ਗੱਲਾਂ ਕਰ ਰਹੇ ਸਨ, ਉਸ ਦੇ ਪਿੱਛੇ ਇੱਕ ਹੋਰ ਉੱਚਾ ਪੱਥਰ ਜਿਹਾ ਸੀ, ਜਿਸ ਦੇ ਨਾਲ ਇੱਕ ਬੰਗਾਲੀ ਸੰਤ ਵੀ ਬੈਠੇ ਸਨ। ਉਹ ਸੰਤ ਬਿਮਲਾ ਸਿੰਘ ਹੋਰਾਂ ਦੀ ਵਾਰਤਾਲਾਪ ਸੁਣਦੇ ਰਹੇ। ਜੀਵਨ ਮੁਕਤੀ ਵਾਲੇ ਸੰਤ ਦਾ ਫਿਰ ਜਗਤ ਵਿੱਚ ਆ ਕੇ ਵਸਣਾ ਤੇ ਪਰਉਪਕਾਰ ਕਰਨਾ ਸੁਣ ਕੇ ਅਚਰਜ ਹੋ ਰਹੇ ਸਨ। ਉਹ ਹੁਣ ਉੱਥੋਂ ਉੱਠ ਕੇ ਸਨਮੁਖ ਆ ਗਏ ਤੇ ਨਮਸਕਾਰ ਕਰਕੇ ਬੈਠ ਗਏ। ਆਖਣ ਲੱਗੇ, ਜੇ ਮੈਂ ਤੁਹਾਡੀ ਗੱਲਬਾਤ ਵਿੱਚ ਵਿਘਨ ਨਾ ਪਾ ਰਿਹਾ ਹਾਂ ਤਾਂ ਮੈਂ ਆਪ ਜੀ ਤੋਂ ਕੁਝ ਪੁੱਛਣਾ ਚਾਹੁੰਦਾ ਕਿ ਜੀਵਨ ਮੁਕਤ ਹੋਣ ਦਾ ਰਸ ਤੇ ਆਨੰਦ ਕੀ, ਤੇ ਦੁਨੀਆ ਦੇ ਬਖੇੜੇ ਕੀ। ਮੈਂ ਹੁਣ ਇਸ ਥਾਂ ਤੋਂ 200 ਕੋਹ ਉੱਤੇ ਪਹਾੜ ਵਿੱਚ ਇਕਾਂਤ ਵਿੱਚ 2 ਸਾਲ ਕੱਟ ਕੇ ਆਇਆ। ਇਹੋ ਜਿਹਾ ਰਸ ਪ੍ਰਵਿਰਤੀ ਵਿੱਚ ਕਿੱਥੇ ਹੈ ਜੋ ਇਕਾਂਤ ਵਿੱਚ ਹੈ। ਆਪ ਕਹਿ ਰਹੇ ਸਾਓ ਕਿ ਜੀਵਨ ਮੁਕਤੀ ਵਾਲਾ ਵੀ ਹੋਵੇ ਤੇ ਆਪਣਾ ਹੀ ਨਹੀਂ ਸਗੋਂ ਦੁਨੀਆ ਦੇ ਬਖੇੜੇ ਸਹੇੜ ਕੇ ਵੀ ਫਿਰ ਸੁਖੀ ਹੋ ਰਵੇ। ਇਹ ਗੱਲ ਕਿਵੇਂ ਹੋ ਸਕਦੀ ਹੈ? ਸੰਤ ਜੀ ਆਖਣ ਲੱਗੇ, ਭਾਈ ਗੱਲ ਤੇ ਇਸ ਤਰ੍ਹਾਂ ਹੈ, ਪਰ ਜਿਹੜੀ ਗੱਲ ਹੁਣੇ ਇੱਥੇ ਚੱਲ ਰਹੀ ਹੈ ਨਾ, ਉਹ ਸਗੋਂ ਇਸ ਤੋਂ ਉਲਟੇ ਪਾਸੇ ਵੱਲ ਹੋ ਰਹੀ ਹੈ। ਜੀਵਨ ਮੁਕਤੀ ਵਾਲਾ ਵਿਅਕਤੀ ਪ੍ਰਵਿਰਤੀ ਕਰੇ, ਜਗਤ ਵਿੱਚ ਆਵੇ, ਸੇਵਾ ਕਰੇ, ਭਾਵ ਇਹ ਨਹੀਂ ਚੱਲ ਰਿਹਾ। ਬਲਕਿ ਇਸ ਵੇਲੇ ਗੱਲ ਇਹ ਹੋ ਰਹੀ ਹੈ ਕਿ ਜਗਤ ਦੇ ਪਰਉਪਕਾਰੀ ਜੋ ਪਰਮੇਸ਼ਰ ਵਿੱਚ ਨਿਸ਼ਠਾ ਭਗਤੀ ਧਾਰਨ ਤੋਂ ਬਿਨਾਂ, ਅਰਥਾਤ ਆਪਣੇ ਵਾਹਿਗੁਰੂ ਜੋ ਸਮੂਹ ਪਰਉਪਕਾਰ ਦਾ ਦਾਤਾ ਹੈ, ਉਸ ਦੀ ਛਾਂ ਪ੍ਰਾਪਤ ਕੀਤੇ ਬਿਨਾਂ ਜਦੋਂ ਜਗਤ ਦਾ ਉਪਕਾਰ ਕਰਦੇ ਨੇ ਨਾ, ਤਾਂ ਉਹਨਾਂ ਨੂੰ ਕਈ ਵਾਰ ਘਬਰਾਹਟ, ਉਦਾਸੀ ਤੇ ਫਿਰ ਪਰਉਪਕਾਰ ਦਾ ਤਿਆਗ, ਇਹ ਕੁਝ ਇਸ ਤਰ੍ਹਾਂ ਦੀ ਅਵਸਥਾ ਵਿੱਚ ਲੈ ਆਉਂਦਾ ਹੈ ਕਿ ਅੰਤ ਦੁਖੀ ਹੋ ਕੇ ਉਹ ਸਾਰਾ ਕੁਝ ਹੀ ਛੱਡ ਬੈਠਦੇ ਨੇ। ਇਸ ਲਈ ਪਰਉਪਕਾਰ ਦੀ ਭਾਵਨਾ ਵਾਲੇ ਨੂੰ ਚਾਹੀਦਾ ਹੈ ਕਿ ਉਹ ਸਾਈਂ ਵਿੱਚ ਆਪਣਾ ਮਨ ਟਿਕਾ ਕੇ ਉੱਚੇ ਜੀਵਨ ਦਾ ਆਦਰਸ਼ ਬਣਾ ਕੇ ਦੁਨੀਆ ਦਾ ਪਰਉਪਕਾਰ ਕਰੇ। ਜਿਸ ਦੇ ਅੰਦਰ ਕੋਈ ਉੱਚਾ ਸੁੱਚਾ ਤੇ ਸੱਚੇ ਆਦਰਸ਼ ਦਾ ਆਸਰਾ ਹੀ ਨਹੀਂ, ਉਹ ਕਈ ਵਾਰ ਨਿਰਾਸ਼ਤਾ ਨੂੰ ਜਾ ਪਹੁੰਚਦਾ ਹੈ। ਜਦੋਂ ਕਿ ਪਰਉਪਕਾਰ ਕਰਦਿਆਂ ਠੋਕਰਾਂ ਲੱਗਦੀਆਂ ਨੇ। ਜਗਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਰਉਪਕਾਰ ਕਰਨ ਵਾਲੇ ਨਾਲ ਇਸ ਦੁਨੀਆ ਨੇ ਅਕਸਰ ਅਪਕਾਰ ਹੀ ਕੀਤਾ ਹੈ, ਭਾਵ ਉਸ ਨੂੰ ਦੁੱਖ ਹੀ ਪਹੁੰਚਾਇਆ ਹੈ। ਦੂਜੇ ਪਾਸੇ ਇਤਿਹਾਸ ਅਤੇ ਤਜਰਬਾ ਦੱਸਦਾ ਹੈ ਕਿ ਗਿਆਨਹੀਨ ਉਪਕਾਰੀ ਉਪਕਾਰ ਵਿੱਚ ਗਲਤੀਆਂ ਖਾਂਦੇ ਨੇ ਤੇ ਅਣਜਾਣੇ ਸਗੋਂ ਪਰਉਪਕਾਰ ਦੀ ਬਜਾਏ ਨੁਕਸਾਨ ਕਰ ਬੈਠਦੇ ਨੇ। ਸਗੋਂ ਅਕਸਰ ਕਈ ਵਾਰ ਸਿਆਣਪ ਹੋਏ ਤੋਂ ਬਿਨਾਂ ਉਪਕਾਰ ਕਰਨ ਵਾਲੇ ਆਪਣੀ ਹਉਮੈ ਨੂੰ ਹੀ ਪੱਠੇ ਪਾਉਂਦੇ ਨੇ ਤੇ ਉਹਨਾਂ ਦਾ ਉਪਕਾਰ ਵਾਲਾ ਸੁਭਾਅ ਸਗੋਂ ਉਹਨਾਂ ਦੇ ਲਈ ਹੰਕਾਰ ਤੇ ਅਭਿਮਾਨ ਵਾਲਾ ਕਾਰਨ ਬਣਦਾ ਹੈ। ਇਸ ਕਰਕੇ ਉਹ ਆਪਣੇ ਲਈ ਵੀ ਹਾਨੀਕਾਰਕ ਹੋ ਜਾਂਦੇ ਨੇ। ਫਿਰ ਵੇਖਿਆ ਗਿਆ ਕਿ ਛਲ ਕਰਨ ਵਾਲੇ ਲੋਕ ਉਪਕਾਰ ਨੂੰ ਆਪਣੇ ਮਾੜੇ ਕਰਮਾਂ ਦੀ ਚਾਦਰ ਵੀ ਬਣਾ ਲੈਂਦੇ ਨੇ। ਵੇਖਣ ਵਿੱਚ ਆਇਆ ਹੈ ਕਿ ਸਿਰਫ ਇਖਲਾਕੀ ਆਚਰਣ ਬਣਾਓ ਤੇ ਇਨਸਾਨ ਨਾਲ ਹਮਦਰਦੀ ਕਰੋ,
ਇਹੋ ਜਿਹਾ ਉਪਦੇਸ਼ ਦੇਣ ਵਾਲੇ ਆਪ ਮਹਾਨ ਸਵਾਰਥੀ ਹੁੰਦੇ ਨੇ ਤੇ ਇਸ ਪਰਦੇ ਦੇ ਹੇਠਾਂ ਆਪਣੀਆਂ ਦੁਕਾਨਾਂ ਚਲਾਉਂਦੇ ਨੇ। ਇਸ ਕਰਕੇ ਦਾਨੇ ਲੋਕਾਂ ਨੇ ਕਿਹਾ ਹੈ ਕਿ ਉਪਕਾਰੀ ਲੋਕਾਂ ਵਿੱਚ ਬਹੁਤ ਸਾਰੀ ਅਕਲ ਦੀ ਲੋੜ ਹੈ। ਪਰ ਗੁਰਮਤਿ ਦਾ ਵਿਚਾਰ ਇਹ ਹੈ ਕਿ ਉਪਕਾਰੀ ਪੁਰਸ਼ ਐਸਾ ਉੱਚ ਆਚਰਨ ਵਾਲਾ ਹੋਵੇ ਜੋ ਅੰਤਰੀਵ ਹਉਮੈ ਨੂੰ ਵੀ ਸਮਝਦਾ ਹੋਵੇ ਤੇ ਬਾਹਰਲੀ ਹਉਮੈ ਖੁਦਗਰਜ਼ੀ ਤੋਂ ਵੀ ਛੁਟਕਾਰਾ ਪਾ ਚੁੱਕਾ ਹੋਵੇ। ਇਹ ਗੱਲ ਉਸ ਨੂੰ ਪ੍ਰਾਪਤ ਹੁੰਦੀ ਹੈ ਜੋ ਪਰਮੇਸ਼ਰ ਤੇ ਟਿਕਦਾ ਹੈ, ਜੋ ਆਪਣੇ ਕਰਮ ਉਸ ਨੂੰ ਅਰਪਣ ਕਰਦਾ ਹੈ। ਉਸ ਪ੍ਰੇਮ ਰੂਪ ਪਰਮੇਸ਼ਰ ਦੀ ਟੇਕ ਵਾਲੇ ਵਿੱਚ ਪ੍ਰੇਮ ਹੁੰਦਾ ਹੈ, ਜਿਸ ਕਰਕੇ ਉਹ ਉਮਾ ਅਥਵਾ ਉਤਸ਼ਾਹ ਵਾਲੀ ਹਮਦਰਦੀ ਵਿੱਚ ਹੁੰਦਾ ਹੈ। ਉਸ ਦਾ ਮਨ ਚੜ੍ਹਦੀ ਕਲਾ ਵਿੱਚ ਹੁੰਦਾ ਹੈ, ਸਿਆਣਾ ਹੁੰਦਾ ਹੈ। ਇਸ ਕਰਕੇ ਉਹ ਧਿਆਨ ਨਾਲ ਸਮਝ ਕੇ ਨੇਕੀ ਕਰਦਾ ਹੈ। ਜੋ ਨੇਕੀ ਦਾ ਫਲ ਲਿਆਵੇ ਉਹ ਵਾਲੀ ਨੇਕੀ ਕਰਦਾ ਹੈ। ਉਹ ਆਪਣੇ ਸਮਝਦਾਰ ਮਨ ਨੂੰ ਵੀ ਵਾਹਿਗੁਰੂ ਜੀ ਦੀ ਰਾਖੀ ਵਿੱਚ ਤੋਰਦਾ ਹੈ, ਜੋ ਉਸ ਨੂੰ ਸ਼ੁਭ ਕੰਮਾਂ ਵਿੱਚ ਵਾਹਿਗੁਰੂ ਦੀ ਰਹਿਨੁਮਾਈ ਤੇ ਕਿਰਪਾ ਮਿਲਦੀ ਰਹੇ। ਉਸ ਦੀ ਨੇਕੀ ਸਿਰਫ ਮੰਗਤਾ ਨਾ ਬਣਾਵੇ, ਨਾ ਦਲਿਦਰੀ ਤੇ ਪਾਪ ਵੱਲ ਰੁਚੀ ਕਰਾਵੇ, ਨਾ ਸਿਰਫ ਖੁਸ਼ਾਮਦੀਆਂ ਦੀ ਭੀੜ ਆਪਣੇ ਆਲੇ ਦੁਆਲੇ ਇਕੱਠੀ ਕਰ ਲਵੇ, ਨਾ ਆਪਣੇ ਵਿੱਚ ਹੰਕਾਰ ਜਾਂ ਲੋਕਾਂ ਤੋਂ ਨਫ਼ਰਤ ਪੈਦਾ ਕਰੇ। ਹੁਣ ਜਦੋਂ ਇਸ ਗੱਲ ਨੂੰ ਉਲਟਾਓਗੇ ਨਾ ਤਾਂ ਵੇਖੋਗੇ ਕਿ ਮੈਂ ਕਹਿ ਰਿਹਾ ਸਾਂ ਕਿ ਜੀਵਨ ਮੁਕਤ ਲੋਕਾਂ ਨੂੰ ਉਪਕਾਰ ਕਰਨਾ ਚਾਹੀਦਾ ਹੈ। ਉਹ ਜਗਤ ਤੋਂ ਅਲੱਗ ਹੋ ਕੇ ਬੈਠ ਰਹਿਣ, ਇਹ ਗੱਲ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਇੱਥੇ ਕੀ ਸਾਧੂ ਕੀ ਗ੍ਰਸਥੀ ਜੋ ਗੁਰੂ ਦੇ ਗਿਆਨ ਨਾਲ ਪ੍ਰਵਾਨ ਹੋ ਜਾਏ, ਉਸ ਦਾ ਫਰਜ਼ ਹੈ ਕਿ ਉਹ ਦਾਤਾ ਹੋ ਕੇ ਵਰਤੇ, ਉਹ ਵੰਡੇ ਦੇਵੇ, ਕਿਉਂਕਿ ਉਹ ਹੀ ਦੇਣ ਦੇ ਸਮਰੱਥ ਹੈ ਤੇ ਉਸੇ ਦੇ ਕੋਲ ਹੀ ਠੀਕ ਤਰ੍ਹਾਂ ਨਾਲ ਦੇਣ ਦਾ ਚਾਨਣ ਵੀ ਹੈ। ਕਈ ਆਖਦੇ ਨੇ ਜਿਨ੍ਹਾਂ ਨੇ ਭਗਵੰਤ ਨੂੰ ਪਿਆਰ ਕੀਤਾ ਹੈ, ਉਹਨਾਂ ਨੇ ਜਗਤ ਨੂੰ ਪਿਆਰ ਕਰ ਲਿਆ ਹੈ, ਤੇ ਕਈ ਕਹਿੰਦੇ ਨੇ ਜਿਨ੍ਹਾਂ ਨੇ ਜਗਤ ਨੂੰ ਪਿਆਰ ਕੀਤਾ ਹੈ, ਉਹਨਾਂ ਨੇ ਭਗਵੰਤ ਨੂੰ ਪਿਆਰ ਕੀਤਾ ਹੈ। ਪਰ ਮੈਨੂੰ ਗੁਰਮਤਿ ਤੋਂ ਸੋਝੀ ਮਿਲੀ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਿਆਰ ਕੀਤਾ ਹੈ, ਉਹਨਾਂ ਨੂੰ ਦੁਨੀਆ ਦੇ ਪਿਆਰ ਦੀ ਠੀਕ ਸਮਝ ਆਈ ਹੈ। ਇਸ ਸੋਝੀ ਵਿੱਚ ਜਿਨ੍ਹਾਂ ਨੇ ਜਗਤ ਨੂੰ ਪਿਆਰ ਕੀਤਾ ਹੈ, ਉਹਨਾਂ ਨੇ ਵਾਹਿਗੁਰੂ ਨੂੰ ਵਿਆਪਕ ਜਾਣਿਆ ਹੈ। ਬੰਗਾਲੀ ਸੰਤ ਆਖਣ ਲੱਗੇ, ਬਹੁਤ ਅੱਛਾ, ਪਰ ਇਹ ਸੱਚ ਹੈ ਕਿ ਅੰਦਰੋਂ ਹਉਮੈ ਨੂੰ ਸਮਝ ਕੇ ਰੱਬ ਨੂੰ ਅਨੁਭਵ ਕਰਕੇ ਹੀ ਆਪਣੇ ਅਸਲ ਆਪੇ ਦੀ ਤੇ ਜਗਤ ਨਾਲ ਸਾਡਾ ਕੀ ਸੰਬੰਧ ਹੈ, ਇਸ ਗੱਲ ਦੀ ਸੋਝੀ ਆਉਂਦੀ ਹੈ। ਇਹ ਸੋਝੀ ਜੇ ਉਪਕਾਰ ਕਰਾਵੇ, ਉਹੀ ਠੀਕ ਉਪਕਾਰ ਹੋ ਸਕਦਾ ਹੈ, ਤੇ ਇਹ ਸੋਝੀ ਉਪਕਾਰ ਕਰਨ ਲਈ ਤੰਦਰੁਸਤ ਤੇ ਅਰੋਗ ਇੱਛਾ ਉਤਪੰਨ ਕਰਦੀ ਹੈ। ਸੋ ਆਪ ਨੇ ਜੋ ਪੰਕਤੀ ਪੜ੍ਹੀ ਸੀ ਨਾ, ਉਹ ਬਿਲਕੁਲ ਦਰੁਸਤ ਹੈ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰੀਝਾਵੈ। ਪਰ ਮੇਰੀ ਇੱਕ ਸ਼ੰਕਾ ਹੈ ਕਿ ਕੀ ਜੀਵਨ ਮੁਕਤੀ ਦਾ ਆਨੰਦ ਪਰ ਉਪਕਾਰ ਦੀਆਂ ਮੁਸ਼ਕਲਾਂ ਵਿੱਚ ਸੰਭਵ ਹੈ? ਸੰਤ ਜੀ ਜਵਾਬ ਦੇਣ ਲੱਗੇ, ਜੀ ਗੁਰਮਤਿ ਵਿੱਚ ਇਸ ਦਾ ਦਾਰੂ ਇਹ ਲਿਖਿਆ ਹੈ, ਉਹ ਹੈ ਹਉਮੈ ਦੀ ਪਛਾਣ। ਜੇ ਤਾਂ ਇਹ ਜੀਵਨ ਮੁਕਤੀ ਦੇ ਰਸ ਨੂੰ ਆਪਣਾ ਜਾਣ ਕੇ ਲੱਗ ਰਿਹਾ, ਤਾਂ ਅਜੇ ਵੀ ਕਿਸੇ ਲੇਸ਼ ਮਾਤਰਾ ਹਉਮੈ ਵਿੱਚ ਹੈ। ਜੇ ਹੁਕਮ ਪਛਾਣੇ
ਤਾਂ ਹਉਮੈ ਦਾ ਪ੍ਰਭਾਵ ਸਾਰਾ ਖਤਮ ਹੋ ਜਾਂਦਾ ਹੈ। ਜਿਵੇਂ ਗੁਰੂ ਜੀ ਨੇ ਕਿਹਾ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ। ਜੇ ਸਾਧਕ ਨੂੰ ਸਮਾਂ ਜੀਵਨ ਮੁਕਤੀ ਦੇ ਰਸ ਲੈਣ ਦਾ ਮਿਲ ਗਿਆ ਤਾਂ ਹੁਕਮ ਪਛਾਣੇ। ਜੈਸਾ ਕਿ ਆਪ 2 ਸਾਲ ਇਕਾਂਤ ਵਿੱਚ ਰਹਿ ਕੇ ਰਸ ਲੈ ਆਏ ਹੋ, ਅੱਜ ਅਚਾਨਕ ਤੁਸੀਂ ਇਸ ਥਾਂ ਤੇ ਟਿਕ ਰਹੇ ਸੋ। ਸਾਡਾ ਕੋਈ ਕੰਮ ਨਹੀਂ ਸੀ ਇੱਥੇ, ਬਸ ਵਾਹਿਗੁਰੂ ਦੇ ਭਾਣੇ ਵਿੱਚ ਸਾਡੇ ਗਲ ਆ ਪਈ ਮਾਇਆ ਨੂੰ ਸਫਲ ਕਰਨ ਲਈ ਇੱਥੇ ਆ ਗਏ। ਇੱਥੇ ਇਹ ਸਿੰਘ ਜੀ ਬਿਨਾਂ ਇਹ ਜਾਣਨ ਤੋਂ ਕਿ ਅਸੀਂ ਕਿੱਥੇ ਆ, ਵਾਹਿਗੁਰੂ ਦੇ ਹੁਕਮ ਵਿੱਚ ਇਹ ਵੀ ਇੱਥੇ ਆ ਗਏ। ਫਿਰ ਸਾਡੇ ਨਾਲ ਇਹ ਵਾਰਤਾਲਾਪ ਕਰਨ ਲੱਗ ਪਏ। ਤੁਸੀਂ ਸੁਣ ਕੇ ਖੁਸ਼ ਹੋਏ। ਹੁਣ ਸ਼ਾਇਦ ਤੁਹਾਡੇ ਲਈ ਹੁਕਮ ਇਹ ਆ ਵੀ ਤੁਸੀਂ ਜਗਤ ਦਾ ਪਰਉਪਕਾਰ ਕਰੋ। ਸੋ ਜੇ ਤੁਹਾਨੂੰ ਇਹ ਚਾਹ ਆ ਜਾਏ ਤਾਂ ਹੁਕਮ ਸਮਝ ਕੇ ਕਰੋ। ਸਾਧੂ ਨੂੰ ਚਾਹੀਦਾ ਹੈ ਇਹ ਸਮਝ ਕਿ ਦੁੱਖ ਆਵੇ ਤਾਂ ਵੀ ਹੁਕਮ ਹੈ, ਸੁਖ ਆਵੇ ਤਾਂ ਵੀ ਹੁਕਮ ਹੈ। ਜਦੋਂ ਫਿਰ ਇਕਾਂਤ ਦੀ ਆਗਿਆ ਆਵੇ, ਇਕਾਂਤ ਵਾਸੀ ਹੋ ਕੇ ਆਪਣੇ ਅੰਦਰ ਨੂੰ ਸੁਖੀ ਬਣਾ ਲਵੇ, ਸੁਰਜੀਤ ਕਰ ਲਵੇ। ਸੋ ਤੁਸੀਂ ਜੇ ਚਾਹੋ ਤਾਂ ਜਗਤ ਵਿੱਚ ਸੇਵਾ ਕਰਦਿਆਂ ਵਾਹਿਗੁਰੂ ਦੀ ਯਾਦ ਵਿੱਚ ਵਸੋ। ਵਿੱਚ ਜੋ ਵਧੇਰੇ ਸਮਾਂ ਮਿਲਦਾ ਹੈ ਉਹ ਸਾਈਂ ਦੀ ਯਾਦ ਵਿੱਚ ਲਾਓ। ਜਦੋਂ ਕੋਈ ਕੰਮ ਮੁੱਕ ਗਿਆ, ਜਾਣਿਆ ਵਾਹਿਗੁਰੂ ਦਾ ਹੁਕਮ ਵੀ ਪੂਰਾ ਹੋ ਗਿਆ ਹੈ। ਹੁਣ ਆਪਣੇ ਆਪ ਵਿੱਚ ਟਿਕਣ ਦਾ ਰਸ ਲੈ ਲਵੋ। ਤੇ ਜਦੋਂ ਰਸ ਵਿੱਚ ਰੰਗਿਆ ਹੋਇਆ ਦੁਨੀਆ ਦੀ ਪੀੜਾ ਦੂਰ ਕਰਨ ਦੀ ਆਵਾਜ਼ ਆਵੇ, ਇਹ ਨਾ ਸਮਝੋ ਹਾਏ ਦੁੱਖ ਆ ਗਿਆ ਤੇ ਮੇਰਾ ਸੁੱਖ ਚਲਾ ਜਾਏਗਾ। ਉਸ ਵੇਲੇ ਇਹ ਸਮਝੋ ਕਿ ਵਾਹਿਗੁਰੂ ਦਾ ਹੁਕਮ ਆਇਆ ਹੈ। ਉਹ ਕੰਮ ਦੁੱਖ ਦੂਰ ਕਰਨ ਦਾ ਵੀ ਹੁਕਮ ਵਿੱਚ ਕਰੋ ਤੇ ਫਿਰ ਕਰਕੇ ਅਰਪਣ ਕਰ ਦਿਓ ਆਪਣੇ ਪਿਆਰੇ ਵਾਹਿਗੁਰੂ ਨੂੰ। ਆਪਣੇ ਅੰਦਰ ਇਸ ਗੱਲ ਦਾ ਸੰਸਕਾਰ ਮਾਤਰ ਵੀ ਨਾ ਰੱਖੋ। ਉਪਕਾਰ ਵਿੱਚ ਸਭ ਜਾਰੀ ਹੋ ਗਏ, ਸੰਕਲਪ ਧੋ ਕੇ ਨਿਜ ਆਨੰਦ ਵਿੱਚ ਸਾਈਂ ਦੇ ਪਿਆਰ ਵਿੱਚ ਜੁੜ ਜਾਓ। ਗਿਆਨਵਾਨ ਲਈ ਸਿਮਰਨ ਦਾ ਇਹ ਫਲ ਹੈ ਕਿ ਸਿਮਰਨ ਉਸ ਦੇ ਆਨੰਦ ਵਿੱਚ ਵਿਘਨ ਨਹੀਂ ਪੈਣ ਦਿੰਦਾ ਤੇ ਹੁਕਮ ਵਿੱਚ ਸੋਝੀ ਦੇਈ ਰੱਖਦਾ ਹੈ। ਬੰਗਾਲੀ ਸੰਤ ਠੰਡਾ ਸਾਹ ਲੈ ਕੇ ਆਖਣ ਲੱਗੇ, ਵਾਹ ਵਾਹ, ਬਹੁਤ ਖੂਬ। ਆ ਜਿਹੜੀ ਹੁਕਮ ਵਾਲੀ ਗੱਲ ਹੈ ਨਾ, ਗੁਰੂ ਨਾਨਕ ਦੇ ਸਾਧੂ ਲਈ ਬਹੁਤ ਚੰਗੀ ਹੈ। ਮੈਂ ਗੁਰੂ ਨਾਨਕ ਦਾ ਬਹੁਤ ਜਸ ਸੁਣਿਆ। ਕਦੇ ਕਦੇ ਕੋਈ ਉਹਨਾਂ ਦੇ ਸੰਗੀਤ ਵੀ ਸੁਣੇ ਨੇ, ਪਰ ਮੈਂ ਉਹਨਾਂ ਦੇ ਮਾਰਗ ਦਾ ਵਾਕਿਫ ਨਹੀਂ ਸਾਂ, ਨਾ ਉਹਨਾਂ ਦੇ ਜੀਵਨ ਤੋਂ ਜਾਣੂ ਹਾਂ। ਕਿ ਅਮਲੀ ਤੌਰ ਤੇ ਵੇਖ ਸਕਣ ਲਈ ਮੈਨੂੰ ਕੋਈ ਵਾਕਿਆ ਦੱਸ ਸਕਦੇ ਹੋ ਕਿ ਜੀਵਨ ਮੁਕਤੀ ਦੇ ਰਸ ਵਿੱਚ ਹੁੰਦਿਆਂ ਜਗਤ ਦੇ ਉਪਕਾਰ ਵਿੱਚ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ? ਤੇ ਐਸਾ ਵਿਅਕਤੀ ਉਹ ਵਾਹਿਗੁਰੂ ਦੀ ਪ੍ਰਬੁੱਧਤਾ ਦੀ ਰੌਸ਼ਨੀ ਵਿੱਚ ਵੀ ਤੁਰਦਾ ਰਹੇ। ਸੰਤ ਜੀ ਕਹਿਣ ਲੱਗੇ, ਵੈਸੇ ਤੇ ਕਈ ਨੇ, ਪਰ ਤੁਹਾਨੂੰ ਇੱਕ ਗ੍ਰਸਥੀ ਨੌਜਵਾਨ ਸਿੱਖ ਦੀ ਮੈਂ ਜੀਵਨ ਕਹਾਣੀ ਦੱਸਦਾ। ਅੱਜ ਤੋਂ ਬਹੁਤ ਦੇਰ ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਬਿਜਲੀ ਨਹੀਂ ਸੀ ਆਈ, ਨਾ ਪਾਣੀ ਦੇ ਨਲਕੇ ਸਨ, ਸ਼ਹਿਰ ਦੇ ਇੱਕ ਕਾਰਖਾਨੇ ਨੂੰ ਅੱਗ ਲੱਗ ਗਈ। ਰਾਤ ਦੇ 2 ਵਜੇ ਸਨ ਜਦੋਂ ਇੱਕ ਨੌਜਵਾਨ ਸਿੱਖ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਕੀਰਤਨ ਦਾ ਆਨੰਦ ਲੈਣ ਆਉਂਦਾ ਹੁੰਦਾ ਸੀ। ਜਦੋਂ ਅੰਮ੍ਰਿਤ ਵੇਲੇ ਉਹ ਜਾਗਿਆ
ਤਾਂ ਉਸਨੇ ਆਕਾਸ਼ ਵਿੱਚ ਬਹੁਤ ਤੇਜ਼ ਪ੍ਰਕਾਸ਼ ਵੇਖਿਆ ਤੇ ਅਨੁਮਾਨ ਲਾਇਆ ਬਈ ਕਿਤੇ ਅੱਗ ਲੱਗ ਗਈ ਹੈ। ਇਹ ਵੀ ਸਮਝਿਆ ਕਿ ਭਾਵੇਂ ਕੀਰਤਨ ਵਿੱਚ ਜਾਣ ਦਾ ਸਮਾਂ ਹੋ ਗਿਆ ਹੈ, ਪਰ ਅੱਜ ਗੁਰੂ ਨੇ ਮੈਨੂੰ ਵਿਖਾ ਦਿੱਤਾ ਹੈ, ਸੋ ਹੁਣ ਇੱਥੇ ਜਾਣ ਦੀ ਆਗਿਆ ਹੈ। ਝਟਪਟ ਉੱਥੇ ਪਹੁੰਚ ਗਿਆ। ਉਦੋਂ ਕਾਰਖਾਨੇ ਨੂੰ ਬਚਾਉਣ ਵਾਸਤੇ ਅੱਗ ਬੁਝਾਉਣ ਵਾਲੇ ਇੰਜਨ ਪਹੁੰਚੇ ਹੋਏ ਸਨ। ਪੂਰੀ ਵਾਹ ਲੱਗ ਰਹੀ ਸੀ, ਪਰ ਅੱਗ ਨਾਲ ਪੇਸ਼ ਨਹੀਂ ਸੀ ਜਾ ਰਹੀ। ਬਾਜ਼ਾਰ ਬਿਲਕੁਲ ਨਾਲ ਹੋਣ ਕਰਕੇ ਅੱਗ ਦਾ ਸੇਕ ਇਧਰ ਵੱਲ ਜਾ ਰਿਹਾ ਸੀ ਤੇ ਡਰ ਸੀ ਕਿ ਬਾਜ਼ਾਰ ਦੀਆਂ ਦੁਕਾਨਾਂ ਵੀ ਸੇਕ ਨਾਲ ਸੜ ਜਾਣਗੀਆਂ। ਦੁਕਾਨਦਾਰ ਪਾਣੀ ਦੇ ਡੋਲ ਭਰ ਭਰ ਕੇ ਉਸ ਪਾਸੇ ਵੱਲ ਸੁੱਟ ਰਹੇ ਸਨ ਕਿ ਸੇਕ ਅਸਰ ਘੱਟ ਕਰੇ। ਇਹ ਨੌਜਵਾਨ ਵੀ ਇਸੇ ਪਾਸੇ ਲੱਗ ਪਿਆ ਕਿ ਗਰੀਬਾਂ ਦੀਆਂ ਦੁਕਾਨਾਂ ਬਚਾਉਣ ਵਿੱਚ ਮਦਦ ਕਰ ਸਕੇ। ਬਾਜ਼ਾਰ ਦੇ ਵਿੱਚੋਂ ਇੱਕ ਛੋਟੀ ਜਿਹੀ ਪਾਣੀ ਦੀ ਸਟਰੀਮ ਲੰਘਦੀ ਸੀ, ਇੱਕ ਸੂਆ ਜਿਹਾ। ਪਾਣੀ ਦੇ ਖੂਹ ਇੰਜਨਾਂ ਨੇ ਮੱਲੇ ਹੋਏ ਸਨ ਤੇ ਇਸ ਮੋਰੀ ਦਾ ਪਾਣੀ ਹੀ ਹੱਟੀਆਂ ਤੇ ਪੈ ਰਿਹਾ ਸੀ। ਅਚਾਨਕ ਨੌਜਵਾਨ ਨੂੰ ਸੋਝੀ ਫੁਰੀ ਕਿ ਕੋਈ ਵੱਡਾ ਉਪਰਾਲਾ ਪਾਣੀ ਦਾ ਹੋਵੇ ਜੋ ਸਾਰੇ ਪਾਣੀ ਪਾਉਣ ਵਾਲਿਆਂ ਦੀ ਮਿਹਨਤ ਸਫਲ ਹੋਵੇ। ਨਹੀਂ ਤਾਂ ਮੋਰੀ ਦਾ ਪਾਣੀ ਮੁੱਕ ਗਿਆ। ਇੱਕ ਖੂਹ ਨੇ ਇੰਜਨਾਂ ਦੀ ਖਿੱਚ ਨਾਲ ਜਵਾਬ ਦੇ ਦਿੱਤਾ ਤੇ ਬਾਕੀ ਵੀ ਸ਼ਾਇਦ ਜਲਦੀ ਖਤਮ ਹੋ ਜਾਣਗੇ। ਫਿਰ ਇੱਕ ਪਾਣੀ ਦਾ ਡੋਲ ਕੀ ਸਵਾਰੇਗਾ? ਕੋਈ ਸਾਈਂ ਤੋਂ ਚਾਨਣ ਮੰਗ ਤੇ ਕਿਸੇ ਤਰ੍ਹਾਂ ਪਾਣੀ ਦਾ ਪ੍ਰਬੰਧ ਕਰ। ਸਾਈਂ ਨੇ ਸੁਮਤ ਦਿੱਤੀ। ਇਸ ਨੌਜਵਾਨ ਨੇ ਦੌੜ ਕੇ ਕੌਲਸਰ ਦੇ ਕੋਲ ਪਹੁੰਚ ਕੇ ਜਿਸ ਦਾ ਜਲ ਸਾਫ਼ ਕਰਨ ਦੀ ਲੋੜ ਪਵੇ ਤਾਂ ਇਹ ਹੰਸਲੀ ਪਾਣੀ ਖਿੱਚਿਆ ਕਰਦੀ ਸੀ, ਉਸਨੇ ਉੱਥੇ ਜਾ ਕੇ ਫੱਟੇ ਚੱਕ ਦਿੱਤੇ ਤੇ ਸਰੋਵਰ ਦਾ ਜਲ ਇਸ ਹੰਸਲੀ ਵਿੱਚ ਭਾਵ ਮੋਰੀ ਵਿੱਚ ਵਗ ਤੁਰਿਆ। ਥੋੜੇ ਚਿਰ ਵਿੱਚ ਹੀ ਉਹ ਜਲ ਅੱਗ ਵਾਲੀ ਥਾਂ ਤੇ ਆਣ ਪਹੁੰਚਿਆ। ਬਹੁਤ ਪਾਣੀ ਆ ਜਾਣ ਕਰਕੇ ਸਭ ਬਾਲਟੀਆਂ ਤੇ ਘੜੇ ਭਰ ਭਰ ਕੇ ਪਾਉਣ ਵਾਲਿਆਂ ਦੀ ਮਿਹਨਤ ਸਫਲ ਹੋ ਗਈ। ਸਗੋਂ ਇੰਜਨਾਂ ਵਾਲਿਆਂ ਨੇ ਵੀ ਆਪਣਾ ਹੌਜ਼, ਆਪਣੀ ਨਾਲੀ ਇਸ ਹੰਸਲੀ ਵਿੱਚ ਸੁੱਟੀ ਤੇ ਕੰਮ ਸਵਾਰ ਲਿਆ। ਥੋੜੀ ਦੇਰ ਬਾਅਦ ਅੱਗ ਬੁਝ ਗਈ। ਕਾਰਖਾਨੇ ਦਾ ਤੇ ਬਹੁਤ ਨੁਕਸਾਨ ਹੋਇਆ, ਪਰ ਬਾਜ਼ਾਰ ਸਾਰਾ ਬਚ ਗਿਆ। ਅਸੀਂ ਵੀ ਉਦੋਂ ਉੱਥੇ ਸਾਂ ਤੇ ਇਸ ਨੌਜਵਾਨ ਦੇ ਜਾਣੂ ਸਾਂ। ਸਾਨੂੰ ਪਤਾ ਸੀ ਬਈ ਇਸ ਨਾਲ ਜਲ ਨੂੰ ਇੱਧਰ ਲੈ ਆਉਣ ਵਾਲੀ ਸੇਵਾ ਇਸਨੇ ਕੀਤੀ ਹੈ। ਅਸੀਂ ਉਸ ਨੂੰ ਪੁੱਛਿਆ, ਭਾਈ ਤੈਨੂੰ ਇਹ ਅਕਲ ਕਿੱਥੋਂ ਆਈ? ਆਖਣ ਲੱਗਾ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਵਾਲੀ ਸਾਖੀ ਤੋਂ। ਸਾਖੀ ਅਸੀਂ ਸਮਝ ਗਏ ਤੇ ਇਹ ਵੀ ਸਮਝ ਗਏ ਬਈ ਕੀ ਆਖ ਰਹੇ ਨੇ। ਅਸਾਂ ਮਨ ਨੂੰ ਆਖਿਆ, ਵੇਖ ਗੁਰੂ ਨਾਨਕ ਦੀ ਹਰ ਗੱਲ ਵਿੱਚ, ਹਰ ਕਰਨੀ ਵਿੱਚ ਅਮਰ ਤੇ ਅਟਲ ਉਪਦੇਸ਼ ਹੈ। ਜਿਵੇਂ ਲੋਕ ਕਹਿੰਦੇ ਨੇ ਨਾ, ਜਿਉ ਮਹਿੰਦੀ ਕੇ ਪਾਤ में पात पात में पात, गुरु नानक की बात में बात बात में बात। ਬੰਗਾਲੀ ਸੰਤ ਕਹਿਣ ਲੱਗੇ, ਮਹਾਰਾਜ ਜੀ ਤੁਹਾਡੇ ਬਚਨ ਬੜੇ ਮਨੋਹਰ ਨੇ, ਮਨ ਨੂੰ ਖਿੱਚ ਪਾਉਂਦੇ ਨੇ, ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਸੱਜਣ ਠੱਗ ਵਾਲੀ ਸਾਖੀ ਕੀ ਸੀ ਤੇ ਗੁਰੂ ਨਾਨਕ ਦੀ ਸਿੱਖਿਆ ਉਸ ਵਿੱਚ ਕੀ ਸੀ? ਸੰਤ ਜੀ ਕਹਿਣ ਲੱਗੇ, ਹਾਂ ਜੀ, ਖੁਸ਼ੀ ਨਾਲ ਸੁਣੋ। ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੋਂ ਗ੍ਰਸਥੀ ਸਨ ਤੇ ਸੁਲਤਾਨਪੁਰ ਨਵਾਬ ਦੇ ਮੋਦੀ ਸਨ। ਜਦੋਂ ਉਹਨਾਂ ਨੂੰ ਵਾਹਿਗੁਰੂ ਦੇ ਵੱਲੋਂ ਸੰਸਾਰ ਦੇ ਉਪਕਾਰ ਦੀ ਆਗਿਆ ਹੋਈ ਤਾਂ ਆਪ ਪਹਿਲੋਂ ਐਮਨਾਬਾਦ, ਤਲਵੰਡੀ ਆਦਿ ਦੇ ਰਾਹੀਂ ਫਿਰਦੇ ਤੁਰਦੇ
ਜਗਤ ਦੀ ਰੱਖਿਆ ਲਈ ਤੁਰ ਪਏ। ਸ਼ੁਭ ਮਤ ਦਿੰਦੇ, ਵਾਹਿਗੁਰੂ ਦੇ ਰਸਤੇ ਲਾਉਂਦੇ, ਆਪ ਇੱਕ ਸੇਧ ਬਣ ਕੇ ਮੁਲਤਾਨ ਵਾਲੇ ਪਾਸੇ ਤੁਰੇ। ਤੁਲੰਬੇ ਦੇ ਨੇੜੇ ਉਹ ਇੱਕ ਥਾਂ ਤੇ ਪਹੁੰਚੇ ਜਿੱਥੇ ਇੱਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ। ਹਿੰਦੂ ਉਸ ਨੂੰ ਸੱਜਣ ਸ਼ਾਹ ਬੁਲਾਉਂਦੇ ਸਨ ਤੇ ਮੁਸਲਮਾਨ ਸੱਜਣ ਸ਼ੇਖ। ਉਸ ਦਾ ਇੱਕ ਬਹੁਤ ਵੱਡਾ ਮਕਾਨ ਸੀ ਜਿਸ ਦੇ ਵਿਚਕਾਰ ਡਿਉੜੀ ਸੀ। ਇੱਕ ਪਾਸੇ ਮਸਜਿਦ ਤੇ ਦੂਜੇ ਪਾਸੇ ਮੰਦਰ ਹੈ ਸੀ। ਜਦੋਂ ਕੋਈ ਮੁਸਾਫਰ ਆ ਜਾਏ ਤਾਂ ਉਸ ਦੀ ਬੜੀ ਸੇਵਾ ਕਰਦਾ, ਆਪਣੇ ਕੋਲ ਰੱਖ ਲੈਂਦਾ। ਰਾਤ ਨੂੰ ਉਸ ਨੂੰ ਮਾਰ ਦੇਣਾ ਤੇ ਉਸ ਦਾ ਮਾਲ ਲੁੱਟ ਲੈਣਾ ਤੇ ਮਾਰ ਕੇ ਗੁਪਤ ਭੋਰਿਆਂ ਵਿੱਚ ਬਣਾਏ ਖੂਹਾਂ ਵਿੱਚ ਲਾਸ਼ਾਂ ਗੁੰਮ ਕਰ ਦੇਣੀਆਂ। ਇਸ ਨੇ ਐਸੇ ਕਈ ਤਰ੍ਹਾਂ ਦੇ ਭੇਦ ਬਣਾਏ ਹੋਏ ਸਨ ਕਿ ਸਾਰੇ ਮਾੜੇ ਕੰਮ ਕਰ ਲੈਂਦਾ ਪਰ ਕਿਸੇ ਨੂੰ ਪਤਾ ਨਾ ਲੱਗਦਾ। ਦਰਅਸਲ ਨੇ ਐਸੇ ਲੋਕ ਹਾਕਮਾਂ ਜਾਂ ਪੁਲਿਸ ਨਾਲ ਵੀ ਮੇਲ ਮਿਲਾਪ ਰੱਖਦੇ ਨੇ ਤੇ ਆਪਣੀ ਮਾੜੀ ਖੱਟੀ ਦਾ ਹਿੱਸਾ ਦਿੰਦੇ ਰਹਿੰਦੇ ਨੇ ਤਾਂ ਕਿ ਜੇ ਸੂ ਨਿਕਲੇ ਵੀ ਤਾਂ ਫੜੇ ਨਾ ਜਾਣ। ਇਸ ਪਾਪੀ ਅਤੇ ਇਸ ਦੇ ਪਾਪਾਂ ਦੀ ਗੁਰੂ ਬਾਬੇ ਨੂੰ ਸੂਝੀ ਸੀ। ਇਸ ਲਈ ਉਹਨਾਂ ਨੇ ਜਗਤ ਉਧਾਰ ਦੇ ਕੰਮ ਵਿੱਚ ਆਪਣਾ ਪਹਿਲਾ ਕੰਮ ਹੀ ਇਹ ਚਿਤਵਿਆ ਕਿ ਜੇ ਇਹ ਇੱਕ ਆਦਮੀ ਸੋਧਿਆ ਜਾਏ ਤਾਂ ਅਨੇਕਾਂ ਦੇ ਖੂਨ ਬਚ ਜਾਣ ਤੇ ਅਨੇਕਾਂ ਦਾ ਭਲਾ ਹੋ ਜਾਏ। ਸੋ ਆਪ ਮੁਸਾਫਰ ਤੇ ਸਨ ਹੀ, ਮੁਸਾਫਰਾਂ ਵਾਂਗ ਉਸ ਦੇ ਘਰ ਜਾ ਉਤਰੇ। ਚਿਹਰੇ ਦਾ ਜਲਾਲ ਵੇਖ ਕੇ ਉਸਨੇ ਜਾਤਾ ਕਿ ਕੋਈ ਬਹੁਤ ਵੱਡੀ ਅਮੀਰ ਸਾਮੀ ਆਈ ਹੈ। ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸੀ। ਸੱਜਣ ਨੇ ਬੜੀ ਖਾਤਰ ਕੀਤੀ, ਆਪਣੇ ਸਾਰੇ ਅਮਲੇ ਫੈਲੇ ਨੂੰ ਤਿਆਰ ਕੀਤਾ ਬਈ ਅੱਜ ਰਾਤ ਇਹਨਾਂ ਨੂੰ ਮਾਰ ਕੇ ਲੁੱਟਣਾ ਤੇ ਬਹੁਤ ਪਦਾਰਥ ਹੱਥ ਲੱਗਣਾ ਹੈ। ਪਰ ਗੁਰੂ ਜੀ ਸੌਣ ਨਾ ਤੇ ਉਹ ਕਾਹਲੀ ਕਰੇ ਬਈ ਕਿਵੇਂ ਸੌਂ ਜਾਣ ਤੇ ਮੈਂ ਮਾਰ ਦਿਆਂ। ਕਿੰਨੀਆਂ ਸਾਰੀਆਂ ਗੱਲਾਂ ਬਾਤਾਂ ਉਸਨੇ ਕੀਤੀਆਂ। ਅਖੀਰ ਜਦੋਂ ਰਾਤ ਬਹੁਤ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ, ਭਾਈ ਇੱਕ ਸ਼ਬਦ ਖੁਦਾ ਦਾ ਕੀਰਤਨ ਕਰ ਲਈਏ ਫਿਰ ਸਵਾਂਗੇ। ਸੋ ਮਰਦਾਨੇ ਨੇ ਰਬਾਬ ਵਜਾਇਆ ਤਾਂ ਗੁਰੂ ਜੀ ਨੇ ਆਪਣੇ ਡਾਢੇ ਮਿੱਠੇ ਤੇ ਸੁਰੀਲੇ ਗਲੇ ਤੋਂ ਇਹ ਸ਼ਬਦ ਗਾਇਆ, ਸੂਹੀ ਮਹਿਲਾ ਪਹਿਲਾ ਘਰ ਛੇਵਾਂ। ਉੱਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ 100 ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ, ਜਿੱਥੈ ਲੇਖਾ ਮੰਗੀ ਐ ਤਿੱਥੈ ਖੜੇ ਦਿਸਨ। ਰਹਾਓ। ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆਹਾਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਹਾਂ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਸਿਮਲ ਰੁਖ ਸਰੀਰ ਮੈਂ ਮੈਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ। ਅੰਦਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਾਉ ਚੜ ਲੰਘਾਂ ਕਿਤ। ਚਾਕਰੀਆਂ ਚੰਗਾਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਹੈ ਜਿੱਤ। ਸੱਜਣ ਨੇ ਇਹ ਸ਼ਬਦ ਸੁਣਿਆ। ਸਤਿਗੁਰੂ ਜੀ ਨੇ ਪੜ੍ਹਿਆ। ਦਿਲ ਦੇ ਡੂੰਘੇ ਭਾਵ ਨਾਲ ਕਿ ਇਸ ਸੱਜਣ ਉੱਤੇ ਅਸਰ ਪਵੇ। ਇਕਾਂਤ ਦਾ ਵੇਲਾ ਸੀ ਤੇ ਆਤਮ ਪ੍ਰਭਾਵ ਉਸ ਸੂਰਮੇ ਗੁਰੂ ਦਾ ਸੀ। ਸੱਜਣ ਤੇ ਅਸਰ ਹੋ ਗਿਆ ਤੇ ਉਸ ਨੂੰ ਆਪਣੇ ਕੀਤੇ ਸਾਰੇ ਕਰਮ ਪਾਪ ਹੋ ਦਿਸੇ। ਸ਼ਰਮ ਆਈ ਜਦੋਂ ਪੈਰਾਂ ਤੇ ਟੱਠਾ
ਅਤੇ ਪੁਕਾਰ ਕੇ ਆਖਣ ਲੱਗਾ, ਜੀ ਮੇਰੇ ਗੁਨਾਹ ਬਖਸ਼ ਦਿਓ। ਤਦ ਗੁਰੂ ਜੀ ਨੇ ਆਖਿਆ, ਸ਼ੇਖ ਸੱਜਣਾ, ਖੁਦਾ ਦੀ ਦਰਗਾਹ ਵਿੱਚ ਨਾ ਦੋ ਗੱਲਾਂ ਨਾਲ ਗੁਨਾਹ ਮੁਆਫ ਹੁੰਦੇ ਨੇ। ਸੱਜੇ ਨੇ ਕਿਹਾ, ਜੀ ਦੱਸੋ, ਮੇਰੇ ਤੇ ਫਜ਼ਲ ਭਾਵ ਕਿਰਪਾ ਕਿਵੇਂ ਹੋਵੇ? ਗੁਰੂ ਜੀ ਨੇ ਕਿਹਾ, ਇੱਕ ਤਾਂ ਸੱਚ ਬੋਲ, ਦੱਸ ਕੀ ਕੁਝ ਕਰਦਾ ਰਿਹਾ, ਤੇ ਦੂਸਰਾ ਜੋ ਕੁਝ ਪਾਪਾਂ ਨਾਲ ਕਮਾਇਆ ਹੀ ਉਹ ਨੇਕੀ ਦੇ ਰਸਤੇ ਗਰੀਬਾਂ ਦੀ ਭਲਾਈ ਵਾਸਤੇ ਸਾਰਾ ਖਰਚ ਕਰ। ਜਿਨ੍ਹਾਂ ਦਾ ਲੁੱਟਿਆ ਹੀ ਉਹਨਾਂ ਨੂੰ ਵਾਪਸ ਕਰ। ਉਸ ਪਾਪੀ ਨੇ ਸਾਰੇ ਪਾਪਾਂ ਦਾ ਇਕਰਾਰ ਕੀਤਾ। ਅਗਲੇ ਦਿਨ ਉਸਨੇ ਸਾਰਾ ਮਾਲ ਧਨ ਵਾਪਸ ਭਿਜਵਾ ਦਿੱਤਾ। ਜਿਨ੍ਹਾਂ ਦਾ ਪਤਾ ਸੀ ਵਾਪਸ ਦੇ ਦਿੱਤਾ। ਬਾਕੀ ਸਾਰਾ ਮਾਲ ਧਨ ਭਲੇ ਪਾਸੇ ਲਾ ਦਿੱਤਾ। ਉਹ ਜਿਹੜਾ ਪਾਪਾਂ ਵਾਲਾ ਘਰ ਸੀ ਨਾ, ਸਾਰਾ ਢਾਹ ਕੇ ਧਰਮਸ਼ਾਲਾ ਬਣਾ ਦਿੱਤੀ। ਇਹ ਪਹਿਲੀ ਧਰਮਸ਼ਾਲਾ ਸੀ ਜੋ ਗੁਰੂ ਬਾਬੇ ਨੇ ਬਣਵਾਈ। ਸੱਜਣ ਇਸ ਧਰਮਸ਼ਾਲਾ ਦਾ ਸੇਵਕ ਹੋਇਆ। ਨਾਮ ਜਪੇ, ਕੀਰਤਨ ਕਰੇ, ਪਾਪਾਂ ਦੀ ਮੈਲ ਮਨ ਤੋਂ ਧੋਵੇ ਤੇ ਆਏ ਗਏ ਦੁਖੀ ਦਰਦਮੰਦ ਲੋਕਾਂ ਦੀ ਸੇਵਾ ਕਰੇ। ਹੁਣ ਅੰਨ ਪਾਣੀ ਧਰਮ ਦੀ ਕਮਾਈ ਨਾਲ ਸੇਵਾ ਵਿੱਚ ਲਾਵੇ। ਬੰਗਾਲੀ ਸੰਤ ਆਖਣ ਲੱਗੇ, ਵਾਹ ਵਾਹ, ਠੀਕ ਹੈ ਜੋ ਤੁਸਾਂ ਕਿਹਾ ਹੈ। ਜੇ ਗੁਰੂ ਜੀ ਆਪਣੇ ਆਨੰਦ ਵਿੱਚ ਬੈਠੇ ਰਹਿੰਦੇ ਤਾਂ ਇਸ ਪਾਪਾਂ ਦੇ ਕਿਲੇ ਨੂੰ ਕੌਣ ਤੋੜਦਾ? ਕਿੰਨਾ ਪਰਉਪਕਾਰ ਕੀਤਾ ਨੇ। ਸ੍ਰਿਸ਼ਟੀ ਦੇ ਵੈਰੀ ਨੂੰ ਸ੍ਰਿਸ਼ਟੀ ਦਾ ਹਿਤੂ ਬਣਾ ਦਿੱਤਾ। ਪਰ ਜੀ ਇਸ ਵਿੱਚ ਉਪਦੇਸ਼ ਕੀ ਸੀ ਜੋ ਉਸ ਨੌਜਵਾਨ ਨੇ ਲਿਆ ਤੇ ਪਾਣੀ ਨੂੰ ਲਿਆ ਕੇ ਅੱਗ ਬੁਝਾ ਦਿੱਤੀ? ਸੰਤ ਜੀ ਕਹਿਣ ਲੱਗੇ ਕਿ ਉਪਦੇਸ਼ ਇਹ ਸੀ ਕਿ ਗੁਰੂ ਜੀ ਨੇ ਇੱਕ ਆਦਮੀ ਨੂੰ ਤਾਰਿਆ, ਪਰ ਇੱਕ ਦੇ ਤਾਰਨ ਨਾਲ ਇੱਕ ਨਹੀਂ ਬਚਿਆ, ਸਗੋਂ ਸੈਂਕੜੇ ਤੇ ਹਜ਼ਾਰਾਂ ਦਾ ਬਚਾਅ ਹੋ ਗਿਆ ਤੇ ਸੈਂਕੜੇ ਇਸ ਤੋਂ ਅੱਗੋਂ ਉਸ ਦੇ ਇੱਕ ਦੇ ਹੱਥੋਂ ਸੁਖੀ ਹੋਏ। ਇਸੇ ਤਰ੍ਹਾਂ ਉਸਨੇ ਸੋਚਿਆ ਬਈ ਜੇ ਇੱਕ ਡੋਲ ਪਾਉਣ ਨਾਲੋਂ ਉਹ ਇਹ ਕੰਮ ਕਰੇ ਕਿ ਨਿਮਾਣੇ ਜਾਂ ਯਤਨ ਨਾਲ ਬਹੁਤ ਪਾਣੀ ਆ ਜਾਏ ਤਾਂ ਸਾਰਿਆਂ ਦੀ ਸੇਵਾ ਜਿਹੜੀ ਉਹ ਸਫਲਤਾ ਤੱਕ ਪਹੁੰਚ ਜਾਏਗੀ ਤੇ ਅੱਗ ਬੁਝ ਜਾਏਗੀ। ਸੋ ਆਪਣੇ ਮਨ ਨੂੰ ਉਸ ਮਤ ਦੇ ਚਾਨਣੇ ਨਾਲ ਵਿਸ਼ਾਲਤਾ ਵਿੱਚ ਪਾਇਆ ਤੇ ਮਨ ਨੂੰ ਵਾਹਿਗੁਰੂ ਦੇ ਚਾਨਣ ਅੱਗੇ ਸੁੱਟਿਆ। ਅੰਦਰ ਬੈਠੇ ਅੰਤਰਯਾਮੀ ਨੇ ਉਸ ਨੂੰ ਵਿਸ਼ਾਲ ਬੁੱਧੀ ਦਿੱਤੀ। ਸੋ ਸੰਤ ਜੀ, ਸਾਈਂ ਦੀ ਰਾਖੀ ਹੇਠ ਵਾਹਿਗੁਰੂ ਦੇ ਪ੍ਰੇਮ ਵਿੱਚ ਗਿਆਨਵਾਨ ਹੋਇਆ ਮਨ ਹੀ ਪਰਉਪਕਾਰ ਦੀ ਵਿਸ਼ਾਲਤਾ ਤੇ ਦਰੁਸਤੀ ਵਾਲਾ ਬਣਦਾ ਹੈ। ਬੰਗਾਲੀ ਸੰਤ ਆਖਣ ਲੱਗੇ, ਅੱਛਾ ਜੀ, ਫਿਰ ਇਸ ਤੋਂ ਤਾਂ ਇਹ ਸਾਬਤ ਹੋਇਆ ਕਿ ਗੁਰੂ ਜੀ ਸਿਰਫ ਜੀਵਾਂ ਨੂੰ ਪਰਮਾਰਥ ਦਾ ਉਪਦੇਸ਼ ਹੀ ਨਹੀਂ ਸੁਣ ਦਿੰਦੇ, ਸਗੋਂ ਉਹ ਤਾਂ ਇਨਸਾਨ ਦੀ ਪੀੜ ਨਾਲ ਬਹੁਤ ਡੂੰਘੀ ਹਮਦਰਦੀ ਰੱਖਦੇ ਸਨ। ਸੰਤ ਬਿਮਲਾ ਸਿੰਘ ਜੀ ਕਹਿਣ ਲੱਗੇ, ਉਹਨਾਂ ਦੇ ਦਿਲ ਨੂੰ ਜਿੰਨੀ ਹਮਦਰਦੀ ਇਨਸਾਨ ਨਾਲ ਸੀ ਨਾ, ਉਹ ਇੰਨੀ ਉੱਚੀ ਸੀ ਕਿ ਕਹੀ ਨਹੀਂ ਜਾ ਸਕਦੀ। ਨਾ ਸਿਰਫ ਇਨਸਾਨ ਦਾ ਅਗਿਆਨ ਦੂਰ ਕਰਨ ਵਿੱਚ, ਨਾ ਕੇਵਲ ਵੱਡੀਆਂ ਮੁਸ਼ਕਲਾਂ ਦੇ ਹੱਲ ਕਰਨ ਵਿੱਚ, ਸਗੋਂ ਜ਼ਿੰਦਗੀ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਵੀ। ਹਾਲਾਂ ਉਹਨਾਂ ਦੀ ਉਮਰ ਛੋਟੀ ਸੀ ਕਿ ਭੁੱਖਿਆਂ ਤੇ ਦੁਖੀਆਂ ਨੂੰ ਦੇ ਦੇ ਕੇ ਖੁਸ਼ ਹੁੰਦੇ ਸਨ। ਇੱਕ ਵਾਰ ਪਿਤਾ ਨੇ ਕੁਝ ਰੁਪਈਏ ਦੇ ਕੇ ਸੌਦਾ ਖਰੀਦਣ ਲਈ ਘੱਲਿਆ। ਉਹਨਾਂ ਨੇ ਰਸਤੇ ਵਿੱਚ ਡਿੱਠਾ ਕਿ ਇੱਕ ਸਾਧੂਆਂ ਦੀ ਮੰਡਲੀ ਹੈ ਜੋ ਕਿੰਨੇ ਦਿਨਾਂ ਦੀ ਭੁੱਖੀ ਹੈ। ਆਪ ਨੇ ਉਹਨਾਂ ਰੁਪਈਆਂ ਦਾ ਦਰੁਸਤ ਵਰਤਾਓ ਉਹਨਾਂ ਲੋੜਵੰਦਾਂ ਦੀ ਪੀੜਾ
ਹਰਨ ਵਿੱਚ ਸਮਝਿਆ ਤੇ ਉਹਨਾਂ ਨੂੰ ਖੁੱਲਾ ਭੋਜਨ ਲੈ ਕੇ ਦਿੱਤਾ। ਜਾਣਦੇ ਸਨ ਕਿ ਪਿਤਾ ਨਾਰਾਜ਼ ਹੋਣਗੇ, ਪਰ ਕਿਸੇ ਦੂਸਰੇ ਦੀ ਭੁੱਖ ਦੀ ਪੀੜ ਦੂਰ ਕਰਨ ਵਾਲੇ ਦਾਤੇ ਨੇ ਪਿਤਾ ਵੱਲੋਂ ਮਿਲੀ ਚੁਪੇੜਾਂ ਦੀ ਪੀੜ ਵੀ ਆਪਣੇ ਉੱਤੇ ਸਹਾਰ ਲਈ। ਛੋਟੀ ਛੋਟੀ ਪੀੜ ਵੀ ਪਛਾਣਦੇ ਤੇ ਹਮਦਰਦ ਹੋ ਜਾਂਦੇ ਸਨ। ਸੁਲਤਾਨਪੁਰ ਵਿੱਚ ਜਦੋਂ ਆਪ ਮੋਦੀਖਾਨੇ ਦਾ ਕੰਮ ਕਰਦੇ ਸਨ ਤਾਂ ਗਰੀਬ ਅਤਿਥੀ ਲੋੜਵੰਦ ਆਪ ਦੇ ਦਰ ਆਏ ਹੀ ਰਹਿੰਦੇ ਸਨ। ਆਪ ਆਪਣੀ ਕਮਾਈ ਲਗਭਗ ਸਾਰੀ ਉਹਨਾਂ ਦੀ ਪੀੜ ਦੂਰ ਕਰਨ ਤੇ ਲਾ ਦਿੰਦੇ। ਕਈ ਵਾਰ ਸ਼ਿਕਾਇਤਾਂ ਹੋਈਆਂ ਕਿ ਨਾਨਕ ਮੋਦੀਖਾਨਾ ਲੁਟਾ ਰਿਹਾ, ਪਰ ਜਦੋਂ ਕਦੇ ਹਿਸਾਬ ਹੋਇਆ ਤਾਂ ਇਹ ਹੀ ਨਿਕਲਿਆ ਕਿ ਗੁਰੂ ਨਾਨਕ ਰੱਬ ਦਾ ਮੋਦੀ ਆਪਣੀ ਕਮਾਈ ਤੇ ਭਾਵੇਂ ਲੁਟਾਵੇ, ਪਰ ਨਵਾਬ ਦਾ ਮੋਦੀਖਾਨਾ ਨਹੀਂ ਲੁਟਾਉਂਦਾ। ਇੱਥੋਂ ਤੱਕ ਆਪ ਦਾ ਇਨਸਾਨੀ ਨਿੱਕੀਆਂ ਮੁਸ਼ਕਲਾਂ ਨਾਲ ਪਿਆਰ ਸੀ ਕਿ ਇੱਕ ਵਾਰ ਇੱਕ ਆਦਮੀ ਦੀ ਧੀ ਦਾ ਵਿਆਹ ਸੀ ਤੇ ਉਹ ਕੰਗਾਲ ਸੀ। ਉਹਨਾਂ ਨੇ ਆਪਣੇ ਸਿੱਖ ਭਾਈ ਭਗੀਰਥ ਨੂੰ ਲਾਹੌਰ ਭੇਜ ਕੇ ਚੂੜਾ ਆਦਿਕ ਵਿਆਹ ਦਾ ਸਾਰਾ ਸਮਾਨ ਵੇਲੇ ਸਿਰ ਮੰਗਵਾ ਕੇ ਕਾਰਜ ਕਰ ਦਿੱਤਾ। ਤੁਸੀਂ ਕਹਿੰਦੇ ਸਾਓ ਕਿ ਨਿੱਕੀਆਂ ਨਿੱਕੀਆਂ ਇਨਸਾਨੀ ਪੀੜਾਂ ਵਿੱਚ ਵੀ ਦਰਦ ਵੰਡਦੇ ਸਨ ਕਿ ਨਹੀਂ? ਸੰਤ ਜੀ, ਉਹ ਤਾਂ ਇਨਸਾਨਾਂ ਦੇ ਦਰਦ ਨਾਲ ਆਪ ਦਰਦਬੰਦ ਹੋ ਜਾਂਦੇ ਸਨ। ਇਹ ਗੱਲ ਉਹਨਾਂ ਨੂੰ ਸਾਰੀ ਦੁਨੀਆ ਵਿੱਚ ਲੈ ਤੁਰੀ। ਇੱਕ ਵਾਰ ਉਹ ਪਾਕਪਟਨ ਗਏ। ਇਧਰ ਇੱਕ ਕੋੜੀ ਫਕੀਰ ਸ਼ਹਿਰੋਂ ਬਾਹਰ ਰਹਿੰਦਾ ਸੀ। ਕੋਈ ਉਸਦੇ ਨੇੜੇ ਨਹੀਂ ਸੀ ਟੁਕਦਾ। ਇਕੱਲਾ ਸੀ, ਦੁਖੀ ਮਨ ਵਾਲਾ ਸੀ। ਕੋਈ ਬਾਤ ਪੁੱਛਣ ਵਾਲਾ ਉਸਦੇ ਕੋਲ ਨਹੀਂ ਸੀ। ਉਸਦੇ ਕੋਲ ਜਾ ਕੇ ਰਹੇ, ਨਫ਼ਰਤ ਨਹੀਂ ਕੀਤੀ। ਰਾਤ ਉਹਦੇ ਕੋਲ ਉਹਦੀ ਝੁੱਗੀ ਵਿੱਚ ਗੁਜ਼ਾਰੀ। ਉਸ ਨੂੰ 7 ਉਪਦੇਸ਼ ਦਿੱਤਾ। ਆਪ ਆਤਮਿਕ ਸੱਤਿਆ ਵਿੱਚ ਬੜੇ ਪ੍ਰਬਲ ਸਨ, ਪਰ ਲੱਗਦੇ ਚਾਰੇ ਕਰਾਮਾਤ ਵਾਲੀ ਗੱਲ ਘੱਟ ਕਰਦੇ ਸਨ। ਪਰ ਉਸ ਕੋੜੀ ਦੀ ਪੀੜ ਉੱਤੇ ਤਰੁੱਠੇ, ਉਸਦਾ ਕੋੜ ਦੂਰ ਕੀਤਾ। ਸਰੀਰ ਦਾ ਹੀ ਨਹੀਂ, ਮਨ ਦਾ ਵੀ ਰੋਗ ਦੂਰ ਕਰ ਦਿੱਤਾ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, तब गुरु के दर्शन सदका उसका कोढ़ दूर हो गया। देही हच्छी हुई, आए पैरी पाया, नाव तरीक होया, लगा गुरु गुरु जपन। अर्थात गुरु जी ने देह रोगता दा दान बख्शिया ते नाल ही उस नूं उच्चा जीवन बख्श दिता, ਤਾਂ ਕਿ ਉਹ ਕਿਤੇ ਰਾਜ਼ੀ ਹੋ ਕੇ ਮੁੜ ਵਿਕਾਰਾਂ ਵਿੱਚ ਨਾ ਪੈ ਜਾਏ, ਸਗੋਂ ਅੰਦਰੋਂ ਸੁਖੀ ਹੋ ਕੇ ਦੁਨੀਆ ਦੀ ਪੀੜ ਦੇ ਦੂਰ ਕਰਨ ਵਿੱਚ ਸੇਵਾ ਕਰ ਸਕੇ।